ਸਭ ਤੋਂ ਪਹਿਲਾਂ ਚੈਨਲ ਦੇਖ ਰਹੇ 6ਵੀਂ ਕਲਾਸ ਦੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਣੀ ਕਿ ਰਾਜਵਿੰਦਰ ਸਿੰਘ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਿਦਿਆਰਥੀਓ, ਪਿਛਲੇ ਲੈਸਨ ਵਿੱਚ ਆਪਾਂ 6ਵੀਂ ਕਲਾਸ ਦੇ ਦੂਸਰੇ ਅਧਿਆਏ ਪੂਰਨ ਸੰਖਿਆਵਾਂ ਗਣਿਤ ਦੇ ਦੂਜੇ ਅਧਿਆਏ ਪੂਰਨ ਸੰਖਿਆਵਾਂ ਹੋਲ ਨੰਬਰਸ ਦੇ ਵਿੱਚ ਪੂਰਨ ਸੰਖਿਆਵਾਂ ਦੇ ਗੁਣਾਂ ਦੇ ਬਾਰੇ ਚਰਚਾ ਕੀਤੀ ਸੀ। ਉਸ ਤੋਂ ਬਾਅਦ ਅਸੀਂ ਅਭਿਆਸ 2.2 ਦੇ ਪਹਿਲੇ ਦੋ ਸਵਾਲ ਵੀ ਹੱਲ ਕੀਤੇ ਸੀ, ਸਮਝੇ ਸੀਗੇ ਕਿ ਕਿਵੇਂ ਅਸੀਂ ਪੂਰਨ ਸੰਖਿਆਵਾਂ ਦਾ ਜੋੜ ਅਤੇ ਗੁਣਨਫਲ ਢੁਕਵੇਂ ਕ੍ਰਮ ਦੇ ਨਾਲ ਕਰ ਸਕਦੇ ਹਾਂ। ਠੀਕ ਹੈ ਵਿਦਿਆਰਥੀਓ, ਅੱਜ ਦੇ ਇਸ ਵੀਡੀਓ ਲੈਸਨ ਵਿੱਚ ਆਪਾਂ ਅਭਿਆਸ 2.2 ਦੇ ਅੱਗੇ ਜਿਹੜੇ ਸਵਾਲ ਹੈਗੇ ਨੇ ਉਹਨਾਂ ਨੂੰ ਸਮਝਾਂਗੇ, ਉਹਨਾਂ ਨੂੰ ਹੱਲ ਕਰਾਂਗੇ। ਠੀਕ ਹੈ, ਜਿਸ ਤਰ੍ਹਾਂ ਕਿ ਤੀਜਾ ਸਵਾਲ ਜਿਹੜਾ ਹੁਣ ਅਸੀਂ ਸਭ ਤੋਂ ਪਹਿਲਾਂ ਕਰਾਂਗੇ, ਗੁਣਾਂ ਦਾ ਜੋੜ ਦੇ ਉੱਤੇ ਵਿਤਰਣ ਕਿਵੇਂ ਅਸੀਂ ਕਰ ਸਕਦੇ ਹਾਂ। ਸਵਾਲਾਂ ਦੇ ਵਿੱਚ ਕੈਲਕੂਲੇਸ਼ਨ ਨੂੰ ਈਜ਼ੀ ਕਰਨ ਵਾਸਤੇ ਉਹਨੂੰ ਆਪਾਂ ਇਹਦੇ ਵਿੱਚ ਦੇਖਾਂਗੇ। ਠੀਕ ਹੈ ਵਿਦਿਆਰਥੀਓ, ਤਾਂ ਆਓ ਦੇਖਦੇ ਹਾਂ। ਸਭ ਤੋਂ ਪਹਿਲਾਂ ਤੀਜੇ ਸਵਾਲ ਦੀ ਸਟੇਟਮੈਂਟ ਜਿਹੜੀ ਸਕਰੀਨ ਦੇ ਉੱਤੇ ਤੁਸੀਂ ਰਕਮ ਦੇਖ ਸਕਦੇ ਹੋ। ਹੇਠਾਂ ਦਿੱਤਿਆਂ ਵਿੱਚ ਹਰੇਕ ਦਾ ਮੁੱਲ ਪਤਾ ਕਰੋ। ਠੀਕ ਹੈ, ਇਹਦੇ 'ਚ ਸਾਡੇ ਕੋਲ 4 ਪਾਰਟ ਜਿਹੜੇ ਨੇ ਉਹ ਦਿੱਤੇ ਹੋਏ ਨੇ। 297 ਗੁਣਾ 17 ਜਮਾ 297 ਗੁਣਾ 3, ਇਹ ਸਾਡੇ ਕੋਲ A ਪਾਰਟ ਹੈ। ਇਸੇ ਤਰ੍ਹਾਂ B ਪਾਰਟ, C ਪਾਰਟ ਤੇ D ਪਾਰਟ। ਠੀਕ ਹੈ, ਇਹਦੇ ਵਿੱਚੋਂ 2 ਸਵਾਲ ਕੋਈ ਆਪਾਂ ਹੁਣ ਹੱਲ ਕਰਾਂਗੇ ਤੇ ਉਸ ਤੋਂ ਬਾਅਦ 2 ਜਿਹੜੇ ਦੂਜੇ ਸਵਾਲ ਹੁਣ ਬਚਣਗੇ ਉਹ ਤੁਸੀਂ ਆਪਣੇ ਆਪ ਉਹਨਾਂ ਦੀ ਰਕਮ ਜਿਹੜੀ ਹੈ ਨੋਟ ਕਾਪੀ ਤੇ ਨੋਟਬੁੱਕ ਤੇ ਉਤਾਰ ਲੈਣੀ ਹੈ ਤੇ ਉਹਨੂੰ ਤੁਸੀਂ ਆਪਣੇ ਆਪ ਬਾਅਦ ਦੇ ਵਿੱਚ ਹੱਲ ਕਰੋਗੇ। ਠੀਕ ਹੈ ਵਿਦਿਆਰਥੀਓ, ਤਾਂ ਸਭ ਤੋਂ ਪਹਿਲਾਂ ਆਪਾਂ ਪਹਿਲਾ ਸਵਾਲ ਜਿਹੜਾ ਇਸ ਦਾ ਦੇਖਦੇ ਹਾਂ। ਹਾਂਜੀ ਵਿਦਿਆਰਥੀਓ, ਅਸੀਂ ਤੀਜੇ ਸਵਾਲ ਦਾ ਪਹਿਲਾ ਪਾਰਟ ਜਿਹੜਾ ਦੇਖਦੇ ਹਾਂ। 297 ਗੁਣਾ 17 ਜਮਾ 297 ਗੁਣਾ 3। ਠੀਕ ਹੈ, ਇਹਦੇ ਵਿੱਚ ਜਿਹੜੇ 2 ਪੂਰਨ ਸੰਖਿਆਵਾਂ ਗੁਣਾ ਹੋਈਆਂ ਨੇ ਇਹਨਾਂ ਨੂੰ ਅਸੀਂ ਇੱਕ ਪਦ ਮੰਨ ਕੇ ਚੱਲਾਂਗੇ। ਇਹ ਸਾਡੇ ਕੋਲ ਇੱਕ ਟਰਮ ਹੈ। ਉਸ ਤੋਂ ਬਾਅਦ ਦੂਸਰੀ ਟਰਮ ਸਾਡੇ ਕੋਲ 297 ਗੁਣਾ 3 ਹੈ। ਠੀਕ ਹੈ, ਤਾਂ ਪਿਛਲੇ ਲੈਸਨ ਦੇ ਵਿੱਚ ਆਪਾਂ ਇਹ ਚੀਜ਼ ਦੇਖੀ ਸੀ ਕਿ ਜਦੋਂ ਇਸ ਤਰ੍ਹਾਂ ਸੇਮ ਇੱਕੋ ਤਰ੍ਹਾਂ ਦੀ ਜਿਹੜੀ ਸੰਖਿਆ ਹੈ ਉਹ 2 ਅਲੱਗ-ਅਲੱਗ ਸੰਖਿਆਵਾਂ ਦੇ ਨਾਲ ਗੁਣਾ ਹੋ ਰਹੀ ਹੈ, ਫਿਰ ਪੂਰਾ ਉਸ ਦਾ ਜੋੜ ਹੋ ਰਿਹਾ ਹੈ। ਤਾਂ ਇਹਦੇ ਵਿੱਚ ਆਪਾਂ ਐਵੇਂ ਕਰ ਸਕਦੇ ਹਾਂ ਕਿ 297 ਨੂੰ ਅਸੀਂ ਪਹਿਲਾਂ ਸਾਂਝਾ ਬਾਹਰ ਕੱਢ ਲਈਏ ਤੇ ਅੰਦਰ ਸਾਡੇ ਕੋਲ 17 ਜਮਾ 3 ਬਚ ਜਾਏ। ਭਾਵ ਕਿ ਜਿਹੜੀਆਂ ਦੋ ਸੰਖਿਆਵਾਂ ਦੇ ਨਾਲ 297 ਗੁਣਾ ਹੋ ਰਿਹਾ ਸੀ ਉਹਨਾਂ ਨੂੰ ਅਸੀਂ ਪਹਿਲਾਂ ਜੋੜ ਦਈਏ, ਉਸ ਜੋੜ ਨੂੰ 297 ਦੇ ਨਾਲ ਗੁਣਾ ਕਰੀਏ ਤਾਂ ਵੀ ਸਾਡੇ ਕੋਲ ਉੱਤਰ ਜਿਹੜਾ ਉਹ ਉੱਤਰ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ, ਸਾਡੇ ਕੋਲ ਸੇਮ ਜਿਹੜਾ ਸਹੀ ਆਨਸਰ ਆ ਜਾਂਦਾ ਹੈ। ਜਾਂ ਸੋ ਇਸ ਨੂੰ ਐਵੇਂ ਵੀ ਸਮਝ ਸਕਦੇ ਹਾਂ ਇਸ ਨੂੰ ਕਿ 297 ਗੁਣਾ 17 ਤੇ 297 ਗੁਣਾ 3 ਦੇ ਵਿੱਚ 297 ਸਾਡੇ ਕੋਲ ਸਾਂਝਾ ਹੈ ਤਾਂ ਇਹਨੂੰ ਅਸੀਂ ਬਾਹਰ ਕੱਢ ਕੇ ਲਿਖ ਸਕਦੇ ਹਾਂ। ਇਸ ਟਰਮ ਦੇ ਵਿੱਚੋਂ ਜਦੋਂ 297 ਨੂੰ ਅਸੀਂ ਬਾਹਰ ਲਿਖਾਂਗੇ ਤਾਂ ਇੱਥੇ ਪਿੱਛੇ ਇਕੱਲਾ 17 ਬਚੇਗਾ, ਫਿਰ ਜਮਾ ਦਾ ਨਿਸ਼ਾਨ ਆਏਗਾ। ਉਸ ਤੋਂ ਬਾਅਦ ਦੂਸਰੇ ਪਦ ਦੇ ਵਿੱਚੋਂ ਜਦੋਂ 297 ਨੂੰ ਅਸੀਂ ਬਾਹਰ ਲਿਖ ਲਾਂਗੇ ਤਾਂ ਸਾਡੇ ਕੋਲ ਅੰਦਰ ਸਿਰਫ 3 ਬਚੇਗਾ। ਠੀਕ ਹੈ, ਇਸੇ ਤਰ੍ਹਾਂ ਅਸੀਂ ਇਸ ਨੂੰ ਵਾਪਸ 17 ਦੇ ਨਾਲ ਔਰ 3 ਦੇ ਨਾਲ ਗੁਣਾ ਵੀ ਕਰਕੇ ਤੇ ਇਹ ਵਾਲੇ ਸਟੈਪ ਤੇ ਵੀ ਆ ਸਕਦੇ ਹਾਂ। ਤਾਂ ਹੁਣ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ 17 ਤੇ 3 ਨੂੰ ਜੋੜਾਂਗੇ, ਜੋ ਸਾਡੇ ਕੋਲ ਉੱਤਰ ਪ੍ਰਾਪਤ ਹੋਏਗਾ ਫਿਰ ਉਸਨੂੰ ਅਸੀਂ 297 ਦੇ ਨਾਲ ਗੁਣਾ ਕਰਾਂਗੇ। ਠੀਕ ਹੈ ਵਿਦਿਆਰਥੀਓ, ਤਾਂ ਇਹ ਸਾਡੇ ਕੋਲ 297 ਹੈ ਗੁਣਾ 17 ਜਮਾ 3 ਸਾਡੇ ਕੋਲ 20 ਹੈ। ਹੁਣ ਅਸੀਂ 297 ਨੂੰ 20 ਦੇ ਨਾਲ ਗੁਣਾ ਕਰਕੇ ਜੋ ਵੀ ਉੱਤਰ ਆਇਆ ਉਹ ਇੱਥੇ ਲਿਖ ਦਿਆਂਗੇ। 297 ਨੂੰ 20 ਨਾਲ ਗੁਣਾ ਕਰਨ ਤੇ ਸਾਡੇ ਕੋਲ 5940 ਪ੍ਰਾਪਤ ਹੁੰਦਾ ਹੈ। ਇਹ ਹੀ ਸਾਡੇ ਕੋਲ ਇਸ ਸਵਾਲ ਦਾ ਉੱਤਰ ਹੈ। ਠੀਕ ਹੈ ਜੀ, 297 ਗੁਣਾ 17 ਜਮਾ 297 ਗੁਣਾ 3 ਬਰਾਬਰ 5940। ਠੀਕ ਹੈ ਵਿਦਿਆਰਥੀਓ, ਤਾਂ ਇਹਦੇ 'ਚ ਅਸੀਂ ਦੇਖਿਆ ਕਿ 2 ਵਾਰ ਸਾਨੂੰ ਗੁਣਾ ਕਰਨੀ ਪੈਣੀ ਸੀ। ਪਹਿਲਾਂ 297 ਨੂੰ 17 ਨਾਲ ਗੁਣਾ ਕਰਨੀ ਪੈਣੀ ਸੀ, ਫਿਰ 297 ਨੂੰ 3 ਨਾਲ ਗੁਣਾ ਕਰਨੀ ਪੈਣੀ ਸੀ। ਠੀਕ ਹੈ, ਪਰ ਜਦੋਂ ਅਸੀਂ ਇਹਦੇ ਤੇ ਡਿਸਟ੍ਰੀਬਿਊਟਿਵ ਪ੍ਰੋਪਰਟੀ ਦਾ ਅਸੀਂ ਪ੍ਰਯੋਗ ਕੀਤਾ ਤਾਂ 297 ਨੂੰ ਬਾਹਰ ਸਾਂਝਾ ਕੱਢਣ ਤੋਂ ਬਾਅਦ 17 ਤੇ 3 ਨੂੰ ਜੋੜ ਕੇ 20 ਬਣਿਆ ਤੇ 20 ਨੂੰ 297 ਨਾਲ ਗੁਣਾ ਕੀਤੀ ਤੇ ਸਾਨੂੰ ਪੂਰੇ ਸਵਾਲ ਦੇ ਵਿੱਚ ਸਿਰਫ ਇੱਕ ਵਾਰ ਗੁਣਾ ਕਰਨੀ ਪਈ। ਪਹਿਲਾਂ ਸਾਨੂੰ ਇਹ 2 ਵਾਰ ਗੁਣਾ ਕਰਨੀ ਪੈਣੀ ਸੀ ਅਗਰ ਅਸੀਂ ਡਾਇਰੈਕਟ ਹੀ ਇਹ ਕੁਐਸਚਨ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ। ਠੀਕ ਹੈ ਵਿਦਿਆਰਥੀਓ, ਇਸ ਤੋਂ ਬਾਅਦ ਅਸੀਂ ਇਹਦਾ ਅਗਲਾ ਪਾਰਟ ਜਿਹੜਾ ਹੈ C ਪਾਰਟ ਉਹ ਕਰਾਂਗੇ। C ਪਾਰਟ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਸਾਡੇ ਕੋਲ ਹੈ 81,265 ਗੁਣਾ 169 ਘਟਾਓ 81,265 ਗੁਣਾ 69। तो ਇਹਦੇ ਵਿੱਚ ਵਿਦਿਆਰਥੀਓ ਸਾਡੇ ਕੋਲ ਜਿਹੜੀਆਂ ਸੰਖਿਆਵਾਂ ਨੇ 81,265 ਪਹਿਲਾਂ 169 ਦੇ ਨਾਲ ਗੁਣਾ ਹੋਇਆ, ਫਿਰ 81,265 69 ਕੱਲੇ 69 ਦੇ ਨਾਲ ਗੁਣਾ ਹੋਇਆ। ਤਾਂ ਅਸੀਂ ਕੀ ਕਰਨਾ ਇਹਦੇ ਵਿੱਚ, ਜਿਵੇਂ ਅਸੀਂ ਉੱਪਰ ਵਾਲੇ ਸਵਾਲ 'ਚ ਕੀਤਾ ਸੀਗਾ ਅਸੀਂ ਇਹਨੂੰ ਲਿਖ ਸਕਦੇ ਹਾਂ 81,265 ਨੂੰ
ਸਾਂਝਾ ਕੱਟ ਲਵਾਂਗੇ। ਅੰਦਰ ਸਾਡੇ ਕੋਲ ਪਹਿਲੇ ਪਦ ਦੇ ਵਿੱਚ ਸਿਰਫ 169 ਬਚੇਗਾ ਔਰ ਦੂਜੇ ਪਦ ਦੇ ਵਿੱਚ 81265 ਨੂੰ ਬਾਹਰ ਕੱਢਣ ਤੋਂ ਬਾਅਦ ਸਿਰਫ 69 ਬਚੇਗਾ। ਠੀਕ ਹੈ, तो ਇਹ ਸਾਡੇ ਕੋਲ 81265 ਗੁਣਾ 169 ਦੇ ਵਿੱਚੋਂ ਅਸੀਂ 69 ਮਾਈਨਸ ਕਰਾਂਗੇ ਤਾਂ ਇਹ ਸਾਡੇ ਕੋਲ 100 ਬਚੇਗਾ। ਠੀਕ ਹੈ, ਹੁਣ ਅਸੀਂ ਇਹਨਾਂ ਨੂੰ ਗੁਣਾ ਕਰ ਦਾਂਗੇ ਬੜੀ ਆਸਾਨੀ ਦੇ ਨਾਲ। ਸਾਨੂੰ ਪਤਾ ਕਿ 100 ਨਾਲ ਗੁਣਾ ਕਰਾਂਗੇ ਤਾਂ ਭਾਵ ਜੋ ਵੀ ਸਾਡੇ ਕੋਲ ਰਕਮ ਹੈ ਉਹਦੇ ਪਿੱਛੇ 2 ਜ਼ੀਰੋਆਂ ਜਿਹੜੀਆਂ ਉਹ ਲੱਗ ਜਾਣਗੀਆਂ। ਤਾਂ ਇਹ ਸਾਡੇ ਕੋਲ ਇਸ ਸਵਾਲ ਦਾ ਉੱਤਰ ਹੈ। ठीक है विद्यार्थियों, तो पहले सानू इन्हां दोनों नूं गुणा करना पैना सी, फिर इन्हां नूं गुणा करना पैना सी, फिर उस तो बाद उन्हां नूं असीं माइनस करदे। पर असीं इहदे ते जिहड़ा डिस्ट्रीब्यूटिव प्रॉपर्टी है वितरण गुण है उहनूं लगाउण तो बाद बड़ी आसानी दे नाल इहनूं आपां हल कर लिया। सानू किते भी ज़्यादा कैलकुलेशन जिहड़ी आ ओह करन दी जरूरत नहीं पई। ठीक है विद्यार्थियों, तो इहो ਜਿਹੇ ਜਿਹੜੇ भी सवाल ने इसी तरह तुसीं इस दा बी ते डी पार्ट जिहड़ा अपने आप ट्राई करने ने। ਉਹਦੇ ਵਿੱਚ देखना है ਕਿਹੜੀ ਚੀਜ਼ ਨੂੰ ਆਪਾਂ ਕਿਹੜਾ ਪਦ ਹੈ ਕਿਹੜੀ ਸੰਖਿਆ ਹੈ ਜਿਹੜੀ ਦੋਨਾਂ ਪਦਾਂ ਦੇ ਵਿੱਚ ਸਾਂਝੀ ਹੈ ਉਸ ਨੂੰ ਆਪਾਂ ਬਾਹਰ ਲਿਖ ਲੈਣਾ ਹੈ। ਦੂਸਰੀਆਂ ਦੋਨਾਂ ਨੂੰ ਪਹਿਲਾਂ ਜੋੜ ਕੇ ਫਿਰ ਜੋ ਉੱਤਰ ਆਏਗਾ ਉਹਨੂੰ ਤੀਸਰੀ ਦੇ ਨਾਲ ਗੁਣਾ ਕਰਨਾ ਹੈ। ਤਾਂ ਬੀ ਤੇ ਡੀ ਜਿਹੜੇ ਭਾਗ ਇਹ ਤੁਹਾਡਾ ਹੋਮਵਰਕ ਹੈ, ਇਹ ਤੁਸੀਂ ਆਪਣੇ ਆਪ ਕੋਸ਼ਿਸ਼ ਕਰਨੀ ਹੈ। ਹਾਂਜੀ ਵਿਦਿਆਰਥੀਓ, ਇਸ ਤੋਂ ਬਾਅਦ ਅਸੀਂ ਚੌਥਾ ਸਵਾਲ ਜਿਹੜਾ ਹੈ ਅਭਿਆਸ 2.2 ਦਾ ਉਹ ਕਰਨ ਜਾ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਸਕਰੀਨ ਤੇ, ਢੁਕਵੇਂ ਗੁਣ ਵਰਤਦੇ ਹੋਏ ਗੁਣਨਫਲ ਪਤਾ ਕਰੋ। ਇਹਦੇ ਵਿੱਚ ਸਾਡੇ ਕੋਲ 4 ਪਾਰਟਸ ਨੇ। ਸਭ ਤੋਂ ਪਹਿਲਾਂ 738 ਗੁਣਾ 103, 854 ਗੁਣਾ 102, ਸੀ ਪਾਰਟ ਹੈ 258 ਗੁਣਾ 1008 ਤੇ ਡੀ ਪਾਰਟ ਹੈ 1005 ਗੁਣਾ 168। ਠੀਕ ਹੈ, ਤਾਂ ਅਸੀਂ ਦੇਖਾਂਗੇ ਗੁਣਾ ਕਰਨੀ ਤਾਂ ਸਾਨੂੰ ਪਹਿਲਾਂ ਵੀ ਆਉਂਦੀ ਹੈ, ਅਸੀਂ 5ਵੀਂ ਕਲਾਸ ਦੇ ਵਿੱਚ ਸਿੱਖ ਕੇ ਆਏ ਹਾਂ। ਪਰ ਢੁਕਵੇਂ ਗੁਣ ਵਰਤਦੇ ਹੋਏ ਕਿਵੇਂ ਆਪਣੀ ਗੁਣਨਫਲ ਨੂੰ ਆਪਾਂ ਸੌਖਾ ਕਰ ਸਕਦੇ ਹਾਂ, ਸੌਖਾ ਇਹਨੂੰ ਹੱਲ ਕਰ ਸਕਦੇ ਹਾਂ, ਉਹ ਅਸੀਂ ਹੁਣ ਜਾਣਾਂਗੇ। तो प्यारे बच्चों, चौथे सवाल का ये पार्ट साढ़े कोल है 738 गुणा 103। ठीक है, तो असी हुण इहदे जाणांगे कि किवें आपां सूटेबल प्रॉपर्टी की वरतों करते हुए आपां इहनूं हल किवें करना है सौखे ढंग दे नाल। तो विद्यार्थियों, इहदे च तुसीं सब तो पहलां ये देखना है कि दोनों संख्यावां दे विचों किहड़ी संख्या है जिहड़ी 100 दे कोल है या 1000 दे कोल है या 10 दे कोल है। तो ये असी देख सकते हैं कि जी 103 संख्या है ये साडे कोल 100 दे कोल है, 100 दे कोल है। असी इहनूं तोड़ के 100 जमा 3 लिख लवांगे। ठीक है, तो 738 तो इवें रहेगा गुणा 103 नूं असी ब्रेक करांगे, तोड़ांगे, इहनूं असी 100 जमा 3 लिख लवांगे। ठीक है विद्यार्थियों, इवें आपां लिख सकते हैं 103 नूं 100 जमा 3, 100 जमा 3 साडे कोल 103 ਦੇ बराबर ਹੁੰਦਾ है। इस तो बाद हुण असी की करना है, असी ये 738 नूं 100 दे नाल भी गुणा करना है ते 738 नूं 3 दे नाल भी गुणा करना है। ये साडे कोल पहला वाले सवाल जिहड़े तीजे पार्ट दे विच आपां कीते सी उहदे तो बिल्कुल ऑपोजिट चलणगे। ठीक है, उल्टे चलणगे। तो सब तो पहला आपां 738 नूं गुणा करांगे 100 दे नाल, फिर उस तो बाद जो साडे कोल इत्थे साइन है प्लस दा वो यूज़ करांगे, फिर 738 नूं असी गुणा करांगे 3 दे नाल। ठीक है जी, सो 738 नूं अगर 100 ਦੇ ਨਾਲ ਅਸੀਂ ਗੁਣਾ ਕਰਦੇ ਹਾਂ ਇਹ ਤਾਂ ਬਹੁਤ ਸੌਖਾ ਹੈ, ਅਸੀਂ ਇਹਦਾ ਲਿਖ ਸਕਦੇ ਹਾਂ ਉੱਤਰ 738 ਨਾਲ ਸਾਡੇ ਕੋਲ 2 ਜ਼ੀਰੋਆਂ ਜਿਹੜੀਆਂ ਉਹ ਆ ਜਾਣਗੀਆਂ, ਪਲੱਸ 738 ਨੂੰ ਜਦੋਂ ਅਸੀਂ 3 ਦੇ ਨਾਲ ਗੁਣਾ ਕਰ ਤਾਂ ਇਹ ਸਾਡੇ ਕੋਲ ਤੁਸੀਂ ਦੇਖੋਗੇ 2214 ਜੋ ਹੈ ਉਹ ਬਣ ਜਾਂਦਾ ਹੈ। ਠੀਕ ਹੈ, ਤਾਂ ਹੁਣ ਇਹਨਾਂ ਦੋਨਾਂ ਨੂੰ ਅਸੀਂ ਅੱਗੇ ਜੋੜ ਦੇਵਾਂਗੇ। तो 7,73,800 ਦੇ ਵਿੱਚ 2214 ਜਿਹੜਾ ਆਪਾਂ ਜੋੜਦੇ ਹਾਂ ਤਾਂ ਇਹ ਸਾਡੇ ਕੋਲ 4 1 8 ਤੇ 2 10 0 ਤੇ 1 ਹਾਸਲ ਆਏਗਾ 4 ਤੇ 2 6 ਤੇ 7। ਠੀਕ ਹੈ, ਤਾਂ ਇਹ ਸਾਡੇ ਕੋਲ 76,014 ਬਣ ਜਾਂਦਾ ਹੈ। ਠੀਕ ਹੈ ਵਿਦਿਆਰਥੀਓ, तो ज़्यादा वड्डी कैलकुलेशन ਨੂੰ ਅਸੀਂ छोटी कैलकुलेशन ਦੇ ਵਿੱਚ छोटी गिनती मिनती ਦੇ ਵਿੱਚ चेंज कर लिया ਤੇ ਅਸੀਂ ਆਪਣੇ आंसर तक पहुँच गए। ठीक है, तो ਇਹ ਸਾਡੇ ਕੋਲ ਹੈ 738 ਨੂੰ 103 ਦੇ ਨਾਲ ਗੁਣਾ ਕਰਨ ਦੀ ਢੁਕਵੀਂ ਵਿਧੀ। ਠੀਕ, ਪੇਪਰ ਦੇ ਵਿੱਚ ਜਾਂ ਟੈਸਟ ਦੇ ਵਿੱਚ ਜੇ ਤੁਸੀਂ ਡਾਇਰੈਕਟ ਇਹਨੂੰ ਗੁਣਾ ਕਰ ਦੋਗੇ ਜਿਵੇਂ ਪਹਿਲਾਂ ਕਰਦੇ ਸੀ ਛੋਟੀਆਂ ਕਲਾਸਿਸ ਦੇ ਵਿੱਚ ਤਾਂ ਉਹਦੇ ਮਾਰਕਸ ਤੁਹਾਨੂੰ ਨਹੀਂ ਮਿਲਣਗੇ। ਅਗਰ ਇਸ ਤਰ੍ਹਾਂ ਤੋੜ ਕੇ ਫਿਰ ਉਹਦਾ ਵਿਤਰਨ ਕਰਕੇ ਗੁਣਾ ਦਾ ਜੋੜ ਦੇ ਉੱਤੇ ਫਿਰ ਤੁਸੀਂ ਕਰੋਗੇ ਫਿਰ ਤੁਹਾਨੂੰ ਪੂਰੇ ਮਾਰਕਸ ਪੇਪਰ ਦੇ ਵਿੱਚ ਜ਼ਰੂਰ ਮਿਲਣਗੇ। ਠੀਕ ਹੈ ਵਿਦਿਆਰਥੀਓ, ਇਸ ਤੋਂ ਬਾਅਦ ਅਸੀਂ ਇਸੇ ਸਵਾਲ ਦਾ ਡੀ ਪਾਰਟ ਜਿਹੜਾ ਹੈ ਉਹ ਕਰਾਂਗੇ 1005 ਗੁਣਾ 168। 1005 ਗੁਣਾ 168
68। ठीक है जी। ਇਹਦੇ ਵਿੱਚ ਹੁਣ ਆਪਾਂ ਦੇਖਣਾ ਹੈ ਸਭ ਤੋਂ ਪਹਿਲਾਂ ਕਿ ਕਿਹੜੀ ਸੰਖਿਆ ਹੈ ਜਿਹੜੀ ਸਾਡੇ ਕੋਲ 10 100 ਜਾਂ 1000 ਦੇ ਕਰੀਬ ਹੈ। ਤਾਂ ਇਹ ਸੰਖਿਆ ਸਾਡੇ ਕੋਲ 1000 ਦੇ ਕਰੀਬ ਹੈ, 1005। ਤਾਂ ਇਹਨੂੰ ਅਸੀਂ ਬ੍ਰੇਕ ਕਰਾਂਗੇ। 1005 ਨੂੰ ਅਸੀਂ ਕੀ ਲਿਖਾਂਗੇ? 1000 ਜਮਾ 5। ठीक है जी। तो गुणा 168। ठीक है। तो बिल्कुल पहले पार्ट के वांग हुण असीं की करना है, 1005 ਨੂੰ 168 ਦੇ ਨਾਲ ਗੁਣਾ ਕਰਨ ਦੀ ਬਜਾਏ ਅਸੀਂ ਪਹਿਲਾਂ 1000 ਨੂੰ 168 ਦੇ ਨਾਲ ਗੁਣਾ ਕਰਾਂਗੇ, ਫਿਰ ਅਸੀਂ 5 ਨੂੰ 168 ਦੇ ਨਾਲ ਗੁਣਾ ਕਰਾਂਗੇ ਤੇ ਫਿਰ ਜੋ ਉੱਤਰ ਪ੍ਰਾਪਤ ਹੋਣਗੇ ਉਹਨਾਂ ਦੋਨਾਂ ਨੂੰ ਆਪਸ ਵਿੱਚ ਜੋੜ ਦੇंगे। ठीक है जी। तो 168 ਜਿਹੜਾ ਹੈ ਇਹ ਪਹਿਲਾਂ 1000 ਨਾਲ ਗੁਣਾ ਹੋ ਜਾਏਗਾ। ਉਸ ਤੋਂ ਬਾਅਦ ਜਿਹੜਾ 168 ਹੈ ਉਹ ਸਾਡੇ ਕੋਲ 5 ਨਾਲ ਗੁਣਾ ਹੋ ਜਾਏਗਾ। ਵਿਚਕਾਰ ਪਲੱਸ ਦਾ ਸਾਈਨ ਹੈ ਤਾਂ ਪਲੱਸ ਦਾ ਸਾਈਨ ਆਏਗਾ ਸਾਡੇ ਕੋਲ। ਠੀਕ ਹੈ ਵਿਦਿਆਰਥੀਓ। तो सब तो पहला 168 ਨੂੰ 1000 ਨਾਲ ਜਦੋਂ ਅਸੀਂ ਗੁਣਾ ਕਰਦੇ ਹਾਂ ਤਾਂ ਸਾਡੇ ਕੋਲ 168 ਆਏਗਾ, ਨਾਲ 3 ਜ਼ੀਰੋਆਂ ਜਿਹੜੀਆਂ ਉਹ ਆਪਾਂ ਪਾ ਦਾਂਗੇ। ਠੀਕ ਹੈ। 3 ਸਿਫਰ ਲਗਾ ਦਾਂਗੇ। 1000 ਦੇ ਨਾਲ ਗੁਣਾ ਕਰਨਾ ਤਾਂ ਬਹੁਤ ਆਸਾਨ ਹੁੰਦਾ ਹੈ। ਉਸ ਤੋਂ ਬਾਅਦ ਅਸੀਂ ਗੁਣਾ ਕਰਾਂਗੇ 168 ਨੂੰ 5 ਦੇ ਨਾਲ। 8 5 40 ਆਏਗਾ। तो 6 5 30 ਤੇ 4 34, 5 1 5 ਤੇ 3 8। ਇਹ ਸਾਡੇ ਕੋਲ ਬਣੇਗਾ 840। ਠੀਕ ਹੈ ਸਟੂਡੈਂਟਸ। ਤਾਂ ਹੁਣ ਅਸੀਂ 1,68,000 ਦੇ ਵਿੱਚ 840 ਨੂੰ ਜੋੜ ਦੇਵਾਂਗੇ ਤਾਂ ਇਹ ਸਾਡੇ ਕੋਲ 1,68,840 ਬਣ ਜਾਵੇਗਾ। ਠੀਕ ਹੈ। ਤਾਂ ਇਸ ਤਰ੍ਹਾਂ 1005 ਨੂੰ 168 ਨਾਲ ਗੁਣਾ ਕਰਨ ਤੇ 1,68,840 ਪ੍ਰਾਪਤ ਹੁੰਦਾ ਹੈ। ਠੀਕ ਹੈ ਵਿਦਿਆਰਥੀਓ। तो ਇਹ ਸਾਡੇ ਕੋਲ ਸੀ ਟੁਕਵੀਂ ਵਿਧੀ ਦੋ ਸੰਖਿਆਵਾਂ ਨੂੰ ਗੁਣਾ ਕਰਨ ਦੀ। ਇਸੇ ਤਰ੍ਹਾਂ ਬੀ ਪਾਰਟ ਜਿਹੜਾ ਹੈ 854 ਗੁਣਾ 102, ਉਹਦੇ ਵਿੱਚ ਤੁਸੀਂ 102 ਨੂੰ ਤੋੜ ਕੇ 100 ਜਮਾ 2 ਲਿਖ ਸਕਦੇ ਹੋ। ਅਤੇ ਜਿਹੜਾ ਸੀ ਪਾਰਟ ਹੈ 258 ਗੁਣਾ 1008, ਉਹਦੇ ਵਿੱਚ ਤੁਸੀਂ 1008 ਨੂੰ ਤੋੜ ਕੇ 1000 ਜਮਾ 8 ਲਿਖਣ ਤੋਂ ਬਾਅਦ ਫਿਰ ਅੱਗੇ ਉਹਨੂੰ ਹੱਲ ਕਰ ਸਕਦੇ ਹੋ। ਸੋ ਮੈਨੂੰ ਪੂਰੀ ਉਮੀਦ ਹੈ ਵਿਦਿਆਰਥੀਓ ਕਿ ਤੁਸੀਂ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝਿਆ ਹੋਵੇਗਾ ਕਿ ਕਿਵੇਂ ਟੁਕਵੇਂ ਗੁਣ ਵਰਤਦੇ ਹੋਏ ਅਸੀਂ ਸੰਖਿਆਵਾਂ ਨੂੰ, ਪੂਰਨ ਸੰਖਿਆਵਾਂ ਨੂੰ ਸੌਖੇ ਤਰੀਕੇ ਨਾਲ ਗੁਣਾ ਕਰ ਸਕਦੇ ਹਾਂ। ਇਸ ਤੋਂ ਬਾਅਦ ਅਸੀਂ 5ਵਾਂ ਸਵਾਲ ਇਸ ਅਭਿਆਸ ਦਾ ਕਰਾਂਗੇ। 92ਵੇਂ ਸਵਾਲ ਦੀ ਜਿਹੜੀ ਰਕਮ ਹੈ, ਸਟੇਟਮੈਂਟ ਹੈ, ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਕਿਸੇ ਟੈਕਸੀ ਡਰਾਈਵਰ ਨੇ ਆਪਣੀ ਗੱਡੀ ਦੀ ਪੈਟਰੋਲ ਟੈਂਕੀ ਵਿੱਚ ਸੋਮਵਾਰ ਨੂੰ 40 ਲੀਟਰ ਪੈਟਰੋਲ ਭਰਵਾਇਆ। ਅਗਲੇ ਦਿਨ ਉਸਨੇ ਟੈਂਕੀ ਵਿੱਚ 50 ਲੀਟਰ ਪੈਟਰੋਲ ਭਰਵਾਇਆ। ਜੇਕਰ ਪੈਟਰੋਲ ਦਾ ਮੁੱਲ 44 ਰੁਪਏ ਪ੍ਰਤੀ ਲੀਟਰ ਹੋਵੇ ਤਾਂ ਉਸਨੇ ਪੈਟਰੋਲ ਉੱਤੇ ਕੁੱਲ ਕਿੰਨਾ ਖਰਚ ਕੀਤਾ। ਠੀਕ ਹੈ ਵਿਦਿਆਰਥੀਓ। ਤਾਂ ਟੈਕਸੀ ਡਰਾਈਵਰ ਹੈ ਜਿਹੜਾ ਕਿ ਗੱਡੀ ਚਲਾਉਂਦਾ ਹੈ, ਸਵਾਰੀਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਲੈ ਕੇ ਜਾਂਦਾ ਹੈ। ਤਾਂ ਕਿਉਂਕਿ ਉਸਨੂੰ ਬਹੁਤ ਜ਼ਿਆਦਾ ਸਫ਼ਰ ਕਰਨਾ ਪੈਂਦਾ ਹੈ, ਇਸ ਕਰਕੇ ਉਸਨੂੰ ਰੋਜ਼ਾਨਾ ਹੀ ਪੈਟਰੋਲ ਵੀ ਬਹੁਤ ਜ਼ਿਆਦਾ ਪਵਾਉਣਾ ਪੈਂਦਾ ਹੈ। ਤਾਂ ਸੋਮਵਾਰ ਨੂੰ ਉਹਨੇ 40 ਲੀਟਰ ਪਵਾਇਆ। ਅਗਲੇ ਦਿਨ ਭਾਵ ਮੰਗਲਵਾਰ ਨੂੰ ਉਸਨੇ 50 ਲੀਟਰ ਦਾ ਪੈਟਰੋਲ ਭਰਵਾਇਆ। ਪੈਟਰੋਲ ਦਾ ਪ੍ਰਾਈਸ ਜਿਹੜਾ ਰੇਟ ਹੈ ਉਹ ਸਾਨੂੰ ਦਿੱਤਾ ਹੋਇਆ ਪ੍ਰਤੀ ਲੀਟਰ 44 ਰੁਪਏ। ਤਾਂ ਅਸੀਂ ਪਤਾ ਕਰਨਾ ਹੈ ਕਿ ਕੁੱਲ ਉਸਨੇ ਪੈਟਰੋਲ ਉੱਤੇ ਕਿੰਨਾ ਖਰਚਾ ਕੀਤਾ। ਠੀਕ ਹੈ ਵਿਦਿਆਰਥੀਓ। ਚਲੋ ਆਓ ਦੇਖਦੇ ਹਾਂ ਆਪਾਂ ਕਿਵੇਂ ਇਸ ਸਵਾਲ ਨੂੰ ਹੱਲ ਕਰਾਂਗੇ। ਸੋ ਆਪਾਂ ਲਿਖਾਂਗੇ ਟੈਕਸੀ ਡਰਾਈਵਰ ਵੱਲੋਂ ਸੋਮਵਾਰ ਨੂੰ ਗੱਡੀ ਵਿੱਚ ਜਿੰਨਾ ਪੈਟਰੋਲ ਭਰਵਾਇਆ ਗਿਆ ਬਰਾਬਰ 40 ਲੀਟਰ। ਠੀਕ ਹੈ ਜੀ। ਸੋਮਵਾਰ ਨੂੰ 40 ਲੀਟਰ ਪੈਟਰੋਲ ਭਰਵਾਇਆ। ਇਸੇ ਤਰ੍ਹਾਂ ਅਗਲੇ ਦਿਨ ਟੈਂਕੀ ਵਿੱਚ ਜਿੰਨਾ ਪੈਟਰੋਲ ਭਰਵਾਇਆ ਗਿਆ बराबर 50 लीटर।
ठीक है जी। इस तो बाद प्रति लीटर पेट्रोल का मुੱਲ ਜਿਹੜਾ ਉਹ ਸਾਡੇ ਕੋਲ 44 ਰੁਪਏ ਦਿੱਤਾ ਹੈ। प्रति लीटर पेट्रोल का मुੱਲ ये है 44 रुपए। ठीक है जी। 40 रुपये पहले दिन, 40 लीटर पहले दिन, 50 लीटर दूसरे दिन, टोटल कितना वो सी चैक करांगे। फिर उस तो बाद 44 रुपए के हिसाब नाल पूरे का जिहड़ा मुੱਲ है वो साडे कोल कितना बनता है वो असी इहदे च देखांगे। सो ड्राइवर द्वारा पेट्रोल ते कीता गया कुल खर्च। तो विद्यार्थी ये असी 44 दे नाल गुणा करांगे। किहनूं गुणा करांगे? असी सोमवार ते मंगलवार जिन्ना तेल पवाया गया उस दे कुल नूं। ठीक है जी। 40 लीटर ते 50 लीटर ये वो कुल तेल हो गया, पेट्रोल हो गया जिहड़ा उसने अपनी टैंकी विच गड्डी दी टैंकी विच पवाया सीगा, और उस तो बाद उन्होंने 44 दे नाल असी गुणा करांगे। तो ये साडे कोल बन जाएगा 44 इंटू 40 ते 50 दा जोड़ जिहड़ा है साडे कोल पूर्ण संख्या 90 बन जाता है। हुण 90 नूं जिहड़ा असी 44 दे नाल गुणा करांगे। ठीक, 0 0 9 चौका 36, 3 हासिल, 9 चौका 36 ते 3 39। ठीक है। सो विद्यार्थियों उसने 3960 रुपए पेट्रोल के उत्ते खर्च किए। ठीक है। इस तरह ड्राइवर द्वारा पेट्रोल ते कीता गया कुल खर्च, पेट्रोल उत्ते कीता गया कुल खर्च 3960 रुपए है। ठीक है जी। ये साडे कोल इस सवाल का हल है। ये आपां सिक्ख्या है किवें असी इहदे च असी किहड़ा गुण वरतिया, इहदे च गुणा दा जोड़ दे उत्ते वितरण जिहड़ा है वो गुण असी इहदे च वरतिया है। इसी तरह अगला सवाल साडे कोल 6वां सवाल इस अभ्यास का है। कोई दुध वाला दुधी एक होटल नूं सवेरे 32 लीटर दुध दिंदा है ਅਤੇ शाम ਨੂੰ 68 ਲੀਟਰ ਦੁੱਧ ਦਿੰਦਾ ਹੈ। ਜੇਕਰ ਦੁੱਧ ਦਾ ਮੁੱਲ 15 रुपए प्रति लीटर है तो दुध वाले नूं हर रोज़ कितनी राशि मिलती है। ये सवाल भी बिल्कुल 5वें सवाल के वांग ही रलदा मिलता है। उहदे च दुध की गल की गई, उहदे च पेट्रोल की गल की गई सी, इहदे च दुध की गल की सी, उहदे च पेट्रोल 2 बार पवाया गया सी, इहदे च दुध जिहड़ा 2 बार दिता जाता है। ठीक है ना, 2 बार डिलीवर किया जाता है, तो नाल सानूं दुध का जिहड़ा रेट भी प्राइस भी दिता होया है। ठीक है। तो असी देखते हैं बिल्कुल पिछले सवाल के वांग इहनूं असी हल करना है। तुसी भी नोटबुक ते कोशिश करो कि मेरे तो पहला तुसी हल करके इसका सही उत्तर कढ लो। सो असी लिखते हैं हल 6वें सवाल का। दुध वाला होटल नूं सवेरे जिन्ना दुध दिंदा है बराबर 32 लीटर। ठीक है। तो इसी तरह दुध वाला शाम नूं होटल नूं शाम नूं जिन्ना दुध दिंदा है बराबर 68 लीटर। ठीक है जी। तो प्रति लीटर दुध का मुੱਲ, प्रति लीटर दुध का मुੱਲ। हाँ जी विद्यार्थियों, प्रति लीटर दुध का मुੱਲ साडे कोल है 15 रुपए। ठीक है जी। तो हुण असीं ये पता करना है कि पूरे दिन दे विच
ਉਹਨੇ ਦੁੱਧ ਵਾਲੇ ਨੂੰ ਕਿੰਨੀ ਰਾਸ਼ੀ ਜਿਹੜੀ ਹੈ ਉਹ ਦੁੱਧ ਦੀ ਪ੍ਰਾਪਤ ਹੋਵੇਗੀ। ਇਸ ਤਰ੍ਹਾਂ ਦੁੱਧ ਵਾਲੇ ਨੂੰ ਰੋਜ਼ਾਨਾ ਪ੍ਰਾਪਤ ਹੋਣ ਵਾਲੀ ਰਾਸ਼ੀ, ਰੋਜ਼ਾਨਾ ਪ੍ਰਾਪਤ ਹੋਣ ਵਾਲੀ ਰਾਸ਼ੀ, ਹਾਂਜੀ, ਬਰਾਬਰ ਕੀ ਕਰਨਾ ਹੈ ਆਪਾਂ 15 ਜਿਹੜਾ ਮੁੱਲ ਹੈ ਉਹਨੂੰ ਅਸੀਂ ਗੁਣਾ ਕਰਾਂਗੇ ਕਿਹਦੇ ਨਾਲ, ਕੁੱਲ ਦੁੱਧ ਦੇ ਨਾਲ। ਕੁੱਲ ਦੁੱਧ ਕਿੰਨਾ ਸੀ 32 ਜਮਾ 68 ਲੀਟਰ, ਠੀਕ ਹੈ। 32 ਸਵੇਰੇ 68 ਸ਼ਾਮੀ ਤੇ ਕੁੱਲ ਦੁੱਧ ਜਿੰਨਾ ਉਹ ਦੋਨਾਂ ਨੂੰ ਜੋੜ ਲਵਾਂਗੇ ਤੇ ਫਿਰ ਉਸ ਪੂਰੇ ਨੂੰ ਅਸੀਂ 15 ਦੇ ਨਾਲ ਗੁਣਾ ਕਰ ਦਾਂਗੇ, ਸਾਡੇ ਕੋਲ ਲੋੜੀਂਦਾ ਜਿਹੜਾ ਉੱਤਰ ਹੈ ਉਹ ਪ੍ਰਾਪਤ ਹੋ ਜਾਵੇਗਾ। ਹਾਂਜੀ ਵਿਦਿਆਰਥੀਓ, ਤੋਂ 15 ਗੁਣਾ 32 ਤੇ 68 ਇਹ ਸਾਡੇ ਕੋਲ ਬਣ ਜਾਂਦੇ ਨੇ 100, ਠੀਕ ਹੈ। 32 ਨੂੰ 68 ਵਿੱਚ ਜੋੜਾਂਗੇ 100 ਪ੍ਰਾਪਤ ਹੋਏਗਾ। 15 ਨੂੰ 100 ਨਾਲ ਜਦੋਂ ਗੁਣਾ ਕਰਾਂਗੇ ਤਾਂ ਇਹ ਸਾਡੇ ਕੋਲ 1500 ਰੁਪਏ ਬਣ ਜਾਏਗਾ, ਠੀਕ ਹੈ। ਤਾਂ ਇਸ ਤਰ੍ਹਾਂ ਰੋਜ਼ਾਨਾ ਜਿਹੜਾ ਦੁੱਧ ਵਾਲਾ ਹੈ ਉਹ 1500 ਰੁਪਈਆ ਹੋਟਲ ਤੋਂ ਪ੍ਰਾਪਤ ਕਰਦਾ ਹੈ। ਇਸ ਲਈ ਦੁੱਧ ਵਾਲੇ ਨੂੰ ਜਾਂ ਦੋਧੀ ਨੂੰ ਰੋਜ਼ਾਨਾ 1500 ਰੁਪਏ ਮਿਲਦੇ ਹਨ, ਠੀਕ ਹੈ ਵਿਦਿਆਰਥੀਓ। ਤਾਂ ਇਹ ਸਾਡੇ ਕੋਲ 6ਵੇਂ ਸਵਾਲ ਦਾ ਹੱਲ ਸੀ। ਇਹ ਦੋ ਅਸੀਂ ਉਦਾਹਰਨਾਂ ਕੀਤੀਆਂ ਨੇ ਰੋਜ਼ਾਨਾ ਜੀਵਨ ਦੇ ਵਿੱਚੋਂ। ਦੁੱਧ ਵੀ ਜਿਹੜਾ ਇਹ ਵੀ ਅਸੀਂ ਖੁਦ ਵੀ ਜਿਹੜਾ ਉਹ ਲੈਂਦੇ ਹਾਂ, ਦੁੱਧ ਹੀ ਸਾਡੇ ਸਵੇਰੇ ਔਰ ਸ਼ਾਮ ਪਾ ਕੇ ਜਾਂਦਾ ਦੁੱਧ, ਹੈ ਨਾ, ਜਾਂ ਅਸੀਂ ਕਿਸੇ ਤੋਂ ਲੈ ਕੇ ਆਉਂਦੇ ਹਾਂ, ਜਾਂ ਕਈਆਂ ਨੇ ਘਰ ਵੀ ਪਸ਼ੂ ਰੱਖੇ ਹੋ ਸਕਦੇ, ਤੁਸੀਂ ਹੋ ਸਕਦਾ ਦੁੱਧ ਹੀ ਨੂੰ ਪਾਉਂਦੇ ਹੋਵੋ, ਤਾਂ ਉਹਨੂੰ ਕਿਵੇਂ ਆਪਾਂ ਕੈਲਕੂਲੇਟ ਕਰਨਾ ਉਹ ਅਸੀਂ ਇਹਦੇ ਵਿੱਚ ਸਿੱਖਿਆ ਹੈ, ਠੀਕ ਹੈ ਵਿਦਿਆਰਥੀਓ। ਇਸ ਤੋਂ ਬਾਅਦ ਇਸੇ ਅਭਿਆਸ ਦਾ ਆਖਰੀ ਕੁਐਸਚਨ ਜਿਹੜਾ ਸਾਡੇ ਕੋਲ ਹੈ 7ਵਾਂ, ਹੇਠਾਂ ਦਿੱਤਿਆਂ ਨੂੰ ਮਿਲਾਓ। ਇਹਦੇ ਵਿੱਚ ਸਾਡੇ ਕੋਲ 1 2 3 ਕੁਝ ਮੈਥਮੈਟੀਕਲ ਐਕਸਪ੍ਰੈਸ਼ਨ ਜਿਹੜੇ ਉਹ ਦਿੱਤੇ ਗਏ ਨੇ। ਦੂਸਰੇ ਪਾਸੇ ABC ਗੁਣ ਲਿਖੇ ਨੇ ਪੂਰਨ ਸੰਖਿਆਵਾਂ ਦੇ। ਅਸੀਂ ਇਹ ਦੱਸਣਾ ਹੈ ਕਿ ਕਿਹੜੇ ਸਵਾਲ ਦੇ ਵਿੱਚ ਕਿਹੜਾ ਗੁਣ ਜਿਹੜਾ ਹੈ ਉਹ ਵਰਤਿਆ ਗਿਆ ਹੈ। ਜਿੱਦਾਂ ਕਿ ਸਭ ਤੋਂ ਪਹਿਲਾਂ ਸਾਡੇ ਕੋਲ ਹੈ 425 ਗੁਣਾ 136, ਤੋਂ ਬਰਾਬਰ ਹੈ 425 ਗੁਣਾ 136 ਨੂੰ ਤੋੜ ਕੇ ਲਿਖ ਲਿਆ ਹੈ 6 ਜਮਾ 30 ਜਮਾ 100। ਤੋਂ ਇਹਦੇ ਵਿੱਚ ਕਿਹੜਾ ਗੁਣ ਜਿਹੜਾ ਪੂਰਨ ਸੰਖਿਆ ਦਾ ਵਰਤਿਆ ਗਿਆ ਹੈ ਇਹ ਅਸੀਂ ਦਿੱਤੇ ਗਏ ਤਿੰਨਾਂ ਗੁਣਾਂ ਦੇ ਵਿੱਚੋਂ ਲੱਭਾਂਗੇ। ਇਸੇ ਤਰ੍ਹਾਂ ਦੂਜਾ ਹੈ 2 ਗੁਣਾ 49 ਗੁਣਾ 50 ਬਰਾਬਰ 2 ਗੁਣਾ 50 ਗੁਣਾ 49। ਤੀਜਾ ਹੈ 80 ਜਮਾ 2005 ਜਮਾ 20 ਤੇ 80 ਜਮਾ 20 ਜਮਾ 2005। ਤੋਂ ਇਹ ਤਿੰਨਾਂ ਦੇ ਵਿੱਚ ਕਿਹੜਾ ਕਿਹੜਾ ਪੂਰਨ ਸੰਖਿਆਵਾਂ ਦਾ ਗੁਣ ਜਿਹੜਾ ਵਰਤਿਆ ਗਿਆ ਹੈ ਉਹ ਅਸੀਂ ਲੱਭਣਾ ਹੈ। ਇਹਨਾਂ ਦੇ ਬਾਰੇ ਅਸੀਂ ਪਿਛਲੇ ਲੈਸਨ ਦੇ ਵਿੱਚ ਚੰਗੀ ਤਰ੍ਹਾਂ ਚਰਚਾ ਕੀਤੀ ਸੀਗੀ। ਤੋਂ ਸਭ ਤੋਂ ਪਹਿਲਾਂ ਜਿਹੜਾ 425 ਗੁਣਾ 136 ਹੈ ਇਹਦੇ ਵਿੱਚ 136 ਨੂੰ ਤੋੜਿਆ ਗਿਆ ਹੈ 6 ਜਮਾ 30 ਜਮਾ 100 ਦੇ। ਤੋਂ ਇਹ ਤਿਆਰੀ ਕੀਤੀ ਗਈ ਹੈ ਹੁਣ ਜੋ ਗੁਣਾਂ ਦੀ ਜੋੜ ਦੇ ਉੱਤੇ ਵਿਤਰਨ ਕਰਨ ਦੀ। ਸੋ ਪਹਿਲੇ ਨੂੰ ਅਸੀਂ C ਦੇ ਨਾਲ ਮਿਲਾਵਾਂਗੇ। C ਭਾਗ ਜਿਹੜਾ ਹੈ ਉਹ ਸਾਡੇ ਕੋਲ ਪਹਿਲੇ ਦਾ ਉੱਤਰ ਹੈ ਜੋੜ ਉੱਤੇ ਗੁਣਨ ਦਾ ਵਿਤਰਨ। ਇਸੇ ਤਰ੍ਹਾਂ ਦੂਜੇ ਦੇ ਵਿੱਚ ਜਿਹੜਾ ਹੈ ਉਹ ਗੁਣਾਂ ਦਾ ਕ੍ਰਮ ਵਟਾਂਦਰਾ ਜਿਹੜਾ ਕੀਤਾ ਗਿਆ ਹੈ ਗੁਣਨਫਲ ਲਈ ਕ੍ਰਮ ਵਟਾਂਦਰਾ। ਪਹਿਲੇ 49 ਗੁਣਾ 50 ਸੀ, ਫਿਰ ਉਹਨੂੰ 50 ਗੁਣਾ 49 ਕਰ ਲਿਆ ਗਿਆ, ਠੀਕ ਹੈ। ਤਾਂ ਇਹਦਾ ਉੱਤਰ ਜਿਹੜਾ A ਹੈ, ਦੂਜੇ ਦਾ A ਹੈ, ਪਹਿਲੇ ਦਾ C ਸੀ ਔਰ ਤੀਜੇ ਦਾ ਸਾਡੇ ਕੋਲ ਦੂਜੇ ਪਾਸੇ ਕੋਈ B ਬਚਿਆ। ਤਾਂ ਵੈਸੇ ਵੀ ਅਸੀਂ ਦੇਖ ਸਕਦੇ ਹਾਂ ਇਹਦੇ ਵਿੱਚ 2005 ਜਮਾ 20 ਦੀ ਜਗ੍ਹਾ ਤੇ 20 ਜਮਾ 2005 ਕੀਤਾ ਗਿਆ ਹੈ, ਭਾਵ ਕਿ ਜੋੜ ਲਈ ਕ੍ਰਮ ਵਟਾਂਦਰਾ ਕੀਤਾ ਗਿਆ ਹੈ। ਤਾਂ ਹੇਠਾਂ ਤੁਸੀਂ ਸਾਰੇ ਉੱਤਰ ਜਿਹੜੇ ਸਹੀ ਕਰਕੇ ਲਿਖੇ ਗਏ ਨੇ ਉਹ ਤੁਸੀਂ ਦੇਖ ਸਕਦੇ ਹੋ, ਠੀਕ ਹੈ ਵਿਦਿਆਰਥੀਓ। ਇਹਦੇ ਨਾਲ ਸਾਡੇ ਕੋਲ ਅਭਿਆਸ 2.2 ਦੇ ਜਿਹੜੇ ਸਵਾਲ ਹੈ ਉਹ ਸਾਰੇ ਹੱਲ ਹੁੰਦੇ ਨੇ। ਮੈਨੂੰ ਉਮੀਦ ਹੈ ਕਿ ਤੁਸੀਂ ਇਹ ਸਾਰੇ ਸਵਾਲ ਬਹੁਤ ਚੰਗੀ ਤਰ੍ਹਾਂ ਸਮਝੇ ਹੋਣਗੇ ਅਤੇ ਨੋਟਬੁੱਕ ਤੇ ਉਤਾਰੇ ਵੀ ਹੋਣਗੇ। ਵਿਦਿਆਰਥੀਓ ਇਸ ਤੋਂ ਬਾਅਦ ਹੁਣ ਅਸੀਂ ਆਪਣੀ ਕਿਤਾਬ ਦੇ ਵਿੱਚੋਂ ਕੁਝ ਉਦਾਹਰਨਾਂ ਜਿਹੜੀਆਂ ਉਹ ਕਰਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਟੇਟਮੈਂਟ ਜਿਹੜੀ ਉਹ ਦਿਖਾਵਾਂਗਾ, ਤੁਸੀਂ ਕੋਸ਼ਿਸ਼ ਕਰਨੀ ਹੈ ਉਹ ਸਵਾਲ ਨੂੰ ਹੱਲ ਕਰਨ ਦੀ ਤੇ ਨਾਲ ਨਾਲ ਮੈਂ ਉਹਨਾਂ ਦਾ ਸੋਲੂਸ਼ਨ ਵੀ ਬਾਅਦ ਦੇ ਵਿੱਚ ਦੱਸਦਾ ਜਾਵਾਂਗਾ, ਠੀਕ ਹੈ। ਹੱਲ ਜਿਹੜਾ ਉਹ ਤੁਹਾਨੂੰ ਦੱਸਦਾ ਜਾਵਾਂਗਾ। ਸਭ ਤੋਂ ਪਹਿਲਾਂ ਉਦਾਹਰਨ ਦੇਖੋ, ਇੱਕ ਸਕੂਲ ਦੀ ਕੈਂਟੀਨ ਹਰ ਰੋਜ਼ ਦੁਪਹਿਰ ਦੇ ਖਾਣੇ ਲਈ 20 ਰੁਪਏ ਅਤੇ ਦੁੱਧ ਦੇ ਲਈ 4 ਰੁਪਏ ਲੈਂਦੀ ਹੈ। ਤੁਸੀਂ 5 ਦਿਨਾਂ ਵਿੱਚ ਇਹਨਾਂ ਚੀਜ਼ਾਂ ਤੇ ਕਿੰਨਾ ਖਰਚ ਕਰਦੇ ਹੋ। ਮੰਨ ਲਓ ਕਿ ਤੁਹਾਡੇ ਸਕੂਲ ਦੇ ਵਿੱਚ ਕੋਈ ਕੈਂਟੀਨ ਹੈ ਜਿੱਥੇ ਕਿ ਤੁਹਾਨੂੰ ਦੁਪਹਿਰ ਦਾ ਖਾਣਾ ਮਿਲਦਾ ਹੈ। ਵੈਸੇ ਤੇ ਸਾਨੂੰ ਮਿਡ ਡੇ ਮੀਲ ਮਿਲਦਾ ਹੈ ਸਕੂਲ ਦੇ ਵਿੱਚ, ਇਸ ਕਰਕੇ ਸਾਨੂੰ ਖਾਣੇ ਦੇ ਉੱਤੇ ਖਰਚ ਨਹੀਂ ਕਰਨਾ ਪੈਂਦਾ। ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ, ਸਾਨੂੰ ਫ੍ਰੀ ਦੇ ਵਿੱਚ ਵਧੀਆ ਖਾਣਾ ਮਿਲਦਾ ਹੈ। ਪਰ ਅਜ਼ਿਊਮ ਕਰ ਲਓ ਸਵਾਲ ਦੇ ਵਿੱਚ ਕਿ ਕੰਟੀਨ ਤੋਂ ਤੁਸੀਂ ਦੁਪਹਿਰ ਦੇ ਖਾਣੇ ਲਈ 20 ਰੁਪਏ ਦੇ ਵਿੱਚ ਖਾਣਾ ਲੈਂਦੇ ਹੋ
ਅਤੇ ਦੁੱਧ ਜਿਹੜਾ ਉਹ ਤੁਹਾਨੂੰ ਉੱਥੋਂ 4 ਰੁਪਏ ਦਾ ਮਿਲਦਾ ਹੈ ਤੇ 5 ਦਿਨਾਂ ਵਿੱਚ ਤੁਸੀਂ ਉੱਥੇ ਇਹਨਾਂ ਚੀਜ਼ਾਂ ਤੇ ਕਿੰਨਾ ਖਰਚ ਕਰਦੇ ਹੋ। ਤੋ ਇਸ ਸਵਾਲ ਨੂੰ ਹੱਲ ਕਰਨ ਦੇ ਲਈ ਸਾਡੇ ਕੋਲ ਦੋ ਵਿਧੀਆਂ ਹਨ। ਦੋ ਵਿਧੀਆਂ ਦੇ ਨਾਲ ਇਹਨੂੰ ਹੱਲ ਕੀਤਾ ਜਾ ਸਕਦਾ ਹੈ। ਦੋਨੋਂ ਵਿਧੀਆਂ ਆਪਾਂ ਇੱਥੇ ਹੁਣ ਦੇਖਾਂਗੇ, ਠੀਕ ਹੈ। ਸਭ ਤੋਂ ਪਹਿਲਾਂ ਵਿਧੀ 1, ਦੁਪਹਿਰ ਦੇ ਖਾਣੇ ਲਈ 5 ਦਿਨ ਦੀ ਰਾਸ਼ੀ ਪਤਾ ਕਰੋ। ਅਸੀਂ ਖਾਣਾ ਦੁਪਹਿਰ ਦਾ ਕੰਟੀਨ ਤੋਂ ਲੈਨੇ ਆ ਔਰ ਦੂਜਾ ਦੁੱਧ ਜਿਹੜਾ ਉੱਥੋਂ ਲੈਨੇ ਆ। तो ਅਸੀਂ ਖਾਣੇ ਦਾ ਜਿਹੜਾ ਖਰਚਾ ਅਲੱਗ ਕੱਢ ਲਾਂਗੇ, ਦੁੱਧ ਦਾ 5 ਦਿਨ ਦਾ ਖਰਚਾ ਅਲੱਗ ਕੱਢ ਲਾਂਗੇ, ਫਿਰ ਉਸ ਨੂੰ ਜੋੜ ਦੇਾਂਗੇ, ਠੀਕ ਹੈ। ਦੁਪਹਿਰ ਦੇ ਖਾਣੇ ਲਈ 5 ਦਿਨ ਦੀ ਰਾਸ਼ੀ ਪਤਾ ਕਰੋ, ਦੁੱਧ ਦੇ ਲਈ 5 ਦਿਨ ਦੀ ਰਾਸ਼ੀ ਪਤਾ ਕਰੋ, ਫਿਰ ਇਹਨਾਂ ਨੂੰ ਜੋੜੋ। तो ਦੁਪਹਿਰ ਦੇ ਖਾਣੇ ਲਈ 5 ਦਿਨ ਦੀ ਰਾਸ਼ੀ ਕਿੰਨੀ ਹੋਏਗੀ ਸਾਡੇ ਕੋਲ? 5 ਦਿਨ ਦਾ ਖਰਚ 20, ਇੱਕ ਦਿਨ ਦਾ 20 ਰੁਪਏ ਹੈ, तो 5 ਗੁਣਾ 20 ਸਾਡੇ ਕੋਲ 5 ਦਿਨ ਦਾ ਖਰਚ ਹੋ ਜਾਏਗਾ। ਇਸੇ ਤਰ੍ਹਾਂ ਦੁੱਧ ਲਈ ਖਰਚ 4 ਰੁਪਏ ਇੱਕ ਦਿਨ ਲਈ ਖਰਚਾ ਹੈ, ਤਾਂ 5 ਦਿਨਾਂ ਲਈ 5 ਗੁਣਾ 4 ਹੋ ਜਾਏਗਾ, ਠੀਕ ਹੈ। तो 5 ਗੁਣਾ 20 ਸਾਡੇ ਕੋਲ 100 ਹੋ ਜਾਂਦਾ ਹੈ, 5 ਗੁਣਾ 4 ਸਾਡੇ ਕੋਲ 20 ਹੋ ਜਾਂਦਾ ਹੈ, ਠੀਕ ਹੈ। तो ਕੁੱਲ ਖਰਚ ਸਾਡੇ ਕੋਲ ਕਿੰਨਾ ਆ ਜਾਏਗਾ? 5 ਗੁਣਾ 20 ਰੁਪਏ ਜਮਾ 5 ਗੁਣਾ 4 ਰੁਪਏ ਭਾਵ 100 ਜਮਾ 20 ਰੁਪਏ ਤੇ ਬਰਾਬਰ 120 ਰੁਪਏ ਜਿਹੜਾ ਸਾਡਾ ਉਹ 5 ਦਿਨਾਂ ਦਾ ਖਰਚਾ ਬਣਦਾ ਹੈ, ਠੀਕ ਹੈ ਵਿਦਿਆਰਥੀਓ। ਇਸ ਤੋਂ ਬਾਅਦ ਵਿਧੀ ਦੂਜੀ ਅਸੀਂ ਦੇਖਾਂਗੇ, ਵਿਧੀ 2। ਇਹਦੇ ਵਿੱਚ ਅਸੀਂ ਇੱਕ ਦਿਨ ਦੀ ਕੁੱਲ ਰਾਸ਼ੀ ਪਹਿਲਾਂ ਪਤਾ ਕਰਾਂਗੇ, ਠੀਕ ਹੈ, ਕਿ ਇੱਕ ਦਿਨ ਦੇ ਵਿੱਚ ਅਸੀਂ ਕਿੰਨਾ ਖਰਚਾ ਕਰਦੇ ਹਾਂ। ਫਿਰ ਜੋ ਵੀ ਆਏਗਾ ਫਿਰ ਅਸੀਂ ਉਹਨੂੰ 5 ਦੇ ਨਾਲ ਗੁਣਾ ਕਰਕੇ 5 ਦਿਨ ਦੀ ਰਾਸ਼ੀ ਖਰਚਾ ਪਤਾ ਕਰ ਲਾਂਗੇ, ਠੀਕ ਹੈ ਜੀ। तो ਇੱਕ ਦਿਨ ਦਾ ਖਰਚਾ ਕਿਸ ਚੀਜ਼ ਦਾ? ਇੱਕ ਤਾਂ ਖਾਣੇ ਦਾ ਖਰਚਾ ਹੈ, ਦੂਜਾ ਦੁੱਧ ਦਾ ਖਰਚਾ ਹੈ। ਖਾਣਾ ਕਿੰਨਾ ਹੈ? 20 ਰੁਪਏ ਦਾ। ਦੁੱਧ ਕਿੰਨਾ ਹੈ? 4 ਰੁਪਏ ਦਾ। तो ਇੱਕ ਦਿਨ ਦੇ ਖਾਣੇ ਜਮਾ ਦੁੱਧ ਦੀ ਲਾਗਤ ਇਹ ਸਾਡੇ ਕੋਲ ਹੈ 20 ਜਮਾ 4 ਰੁਪਏ ਭਾਵ ਕਿ 20 ਜਮਾ 4 ਸਾਡੇ ਕੋਲ ਕਿੰਨੇ ਹੋ ਜਾਣਗੇ? 24 ਰੁਪਏ, ਠੀਕ ਹੈ। तो 5 ਦਿਨ ਦਾ ਕੁੱਲ ਖਰਚ ਸਾਡੇ ਕੋਲ ਕਿੰਨਾ ਆਏਗਾ? 5 ਗੁਣਾ ਬ੍ਰੈਕਟ ਦੇ ਵਿੱਚ 20 ਜਮਾ 4, 20 ਰੁਪਏ ਰੋਟੀ ਦੇ ਖਾਣੇ ਦੇ, 4 ਰੁਪਏ ਦੁੱਧ ਦੇ, ਇਹ ਟੋਟਲ ਸਾਡੇ ਕੋਲ 24 ਰੁਪਏ ਹੋ ਜਾਂਦੇ ਨੇ। ਫਿਰ 24 ਰੁਪਏ ਨੂੰ ਅਸੀਂ 5 ਨਾਲ ਗੁਣਾ ਕੀਤਾ ਤੇ ਸਾਡੇ ਕੋਲ ਫਿਰ 120 ਰੁਪਏ ਬਣ ਜਾਂਦੇ ਨੇ, ਠੀਕ ਹੈ। ਇਹ ਉਦਾਹਰਣ ਸਾਨੂੰ ਜੋੜ ਉੱਪਰ ਗੁਣਾ ਦੇ ਵਿਤਰਨ ਦਾ ਸਿਧਾਂਤ ਵੀ ਦਰਸਾਉਂਦੀ ਹੈ, ਠੀਕ ਹੈ ਵਿਦਿਆਰਥੀਓ। ਇਸ ਤੋਂ ਬਾਅਦ ਅਗਲੀ ਉਦਾਹਰਣ ਸਾਡੇ ਕੋਲ ਹੈ ਵਿਤरण गुण ਦੀ ਵਰਤੋਂ ਕਰਦੇ ਹੋਏ 12 ਗੁਣਾ 35 ਪਤਾ ਕਰੋ, ਠੀਕ ਹੈ ਵਿਦਿਆਰਥੀਓ। ਇਹਦੇ ਨਾਲ ਦੇ ਸਵਾਲ ਵੀ ਆਪਾਂ ਕਰਕੇ ਆਏ ਹਾਂ। ਮੈਨੂੰ ਉਮੀਦ ਹੈ ਤੁਸੀਂ ਬਹੁਤ ਆਸਾਨੀ ਦੇ ਨਾਲ ਆਪਣੇ ਆਪ ਵੀ ਇਹੀ ਸਵਾਲ ਕਰ ਸਕਦੇ ਹੋ, ਠੀਕ ਹੈ। तो ਆਓ ਦੇਖਦੇ ਹਾਂ ਇਸ ਦਾ ਹੱਲ। ਹਾਂਜੀ ਵਿਦਿਆਰਥੀਓ, ਇਹਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਸਭ ਤੋਂ ਪਹਿਲਾਂ ਤੁਸੀਂ ਇਹ ਦੇਖਣਾ ਹੈ ਕਿ 10 ਦੇ ਕੋਲ ਜਾਂ 100 ਦੇ ਕੋਲ ਕਿਹੜੀ ਸੰਖਿਆ ਹੈ। तो 12 ਜਿਹੜਾ ਹੈ ਉਹ 10 ਦੇ ਬਹੁਤ ਕਰੀਬ ਹੈ। तो 12 ਨੂੰ ਅਸੀਂ ਇਹਦੇ ਵਿੱਚ ਤੋੜ ਲਵਾਂਗੇ 10 ਜਮਾ 2 ਦੇ ਵਿੱਚ। ਆਪਾਂ ਇਹਦੇ ਵਿੱਚ 35 ਨੂੰ ਵੀ ਤੋੜ ਸਕਦੇ ਹਾਂ। 35 ਨੂੰ 30 ਜਮਾ 5 ਵੀ ਲਿਖਿਆ ਜਾ ਸਕਦਾ ਹੈ, ਉਹਦੇ ਨਾਲ ਵੀ ਸਾਡੇ ਕੋਲ ਉੱਤਰ ਉਨਾ ਹੀ ਆਵੇਗਾ। ਪਰ ਕੋਸ਼ਿਸ਼ ਇਹ ਕਰਨੀ ਹੈ ਕਿ 10, 100 ਜਾਂ 1000 ਦੇ ਕਰੀਬ ਜਿਹੜੀ ਸੰਖਿਆ ਹੈ ਉਹਨੂੰ ਹੀ ਤੋੜਿਆ ਜਾਵੇ, ਠੀਕ ਹੈ ਜੀ। तो 12 ਗੁਣਾ 35 ਵਿੱਚ ਅਸੀਂ 12 ਨੂੰ ਤੋੜਾਂਗੇ ਤਾਂ 12 10 ਜਮਾ 2 ਬਣ ਜਾਏਗਾ ਬ੍ਰੈਕਟ ਦੇ ਅੰਦਰ, ਗੁਣਾ ਸਾਡੇ ਕੋਲ 35 ਆਏਗਾ, ਠੀਕ ਹੈ। 35 ਨੂੰ ਫਿਰ ਅਸੀਂ 10 ਨਾਲ ਗੁਣਾ ਕਰਾਂਗੇ ਔਰ 35 ਨੂੰ 2 ਨਾਲ ਵੀ ਗੁਣਾ ਕਰਾਂਗੇ। 10 ਨਾਲ ਗੁਣਾ ਕਰਨ ਤੇ ਸਾਡੇ ਕੋਲ 350 350 ਬਣ ਜਾਏਗਾ ਔਰ 2 ਨੂੰ 35 ਨਾਲ ਗੁਣਾ ਕਰਨ ਤੇ 70 ਬਣ ਜਾਏਗਾ। तो 350 ਜਮਾ 70 ਇਹ ਸਾਡੇ ਕੋਲ 420 ਪ੍ਰਾਪਤ ਹੋਵੇਗਾ। ਇਸ ਤਰ੍ਹਾਂ ਸਾਡੇ ਕੋਲ ਇਸ ਸਵਾਲ ਦਾ ਆਨਸਰ ਜਿਹੜਾ ਹੈ ਉਹ ਕੀ ਬਣ ਜਾਂਦਾ ਹੈ? 420 420। ਇਸੇ ਤਰ੍ਹਾਂ ਅਗਲੀ ਉਦਾਹਰਣ ਸਾਡੇ ਕੋਲ ਹੈ ਸਰਲ ਕਰੋ 126 ਗੁਣਾ 55 ਜਮਾ 126 ਗੁਣਾ 45, ਠੀਕ ਹੈ। तो ਅਸੀਂ ਇਹਦੇ ਵਿੱਚ ਦੇਖਣਾ ਹੈ ਸਭ ਤੋਂ ਪਹਿਲਾਂ ਵੀ ਅਸੀਂ ਕਿਹੜਾ ਗੁਣ ਇਹਦੇ ਵਿੱਚ ਪ੍ਰਯੋਗ ਕਰ ਸਕਦੇ ਹਾਂ। ਹਾਂਜੀ ਬੱਚਿਓ, ਕਿਹੜਾ ਗੁਣ ਇਹਦੇ ਵਿੱਚ ਪ੍ਰਯੋਗ ਕੀਤਾ ਜਾ ਸਕਦਾ ਹੈ? ਬਿਲਕੁਲ ਠੀਕ, ਅਸੀਂ ਇਹਦੇ ਵਿੱਚ ਗੁਣਾ ਦਾ ਜੋੜ ਦੇ ਉੱਤੇ ਵਿਤਰਨ ਗੁਣ ਜਿਹੜਾ ਹੈ ਉਹ ਪ੍ਰਯੋਗ ਦੇ ਵਿੱਚ ਲਿਆ ਸਕਦੇ ਹਾਂ, ਠੀਕ ਹੈ। तो ਆਓ ਅਸੀਂ ਇਸ ਦਾ ਹੱਲ ਦੇਖਦੇ ਹਾਂ। ਹੱਲ ਦੇ ਵਿੱਚ ਅਸੀਂ ਦੇਖਦੇ ਹਾਂ 126 ਗੁਣਾ 55 ਜਮਾ 126 ਗੁਣਾ 45, ਠੀਕ ਹੈ। तो ਦੋਨਾਂ ਦੇ ਵਿੱਚ ਅਸੀਂ ਦੇਖਿਆ ਕਿ 126 ਜਿਹੜਾ ਹੈ ਉਹ ਦੋਨੋਂ ਹੀ ਪਦਾਂ ਦੇ ਵਿੱਚ ਸਾਂਝਾ ਹੈ। 126 ਹੀ 55 ਨਾਲ ਗੁਣਾ ਹੋਇਆ ਹੈ ਔਰ 126 ਹੀ 45 ਨਾਲ ਗੁਣਾ ਹੋਇਆ ਹੈ, ਠੀਕ ਹੈ। तो 126 ਨੂੰ ਅਸੀਂ ਸਾਂਝਾ ਬਾਹਰ ਲਿਖ ਲਾਂਗੇ, ਪਹਿਲੇ 55 ਤੇ 45 ਦਾ ਜੋੜ ਕਰਾਂਗੇ, ਫਿਰ ਉਹਨੂੰ 126 ਦੇ ਨਾਲ ਗੁਣਾ ਕਰਾਂਗੇ, ਠੀਕ ਹੈ ਜੀ। ਸੋ ਬਰਾਬਰ ਆਪਣੇ ਕੋਲ 126 ਗੁਣਾ 55 ਜਮਾ 45 ਬਰਾਬਰ 126 ਗੁਣਾ 100। 55 ਤੇ 45 ਦਾ ਜੋੜ ਕਿੰਨਾ ਹੋ ਜਾਏਗਾ? 100 ਪੂਰਨ ਸੰਖਿਆ ਸਾਡੇ ਕੋਲ ਬਣ ਜਾਏਗਾ। 126 ਨੂੰ 100 ਦੇ ਨਾਲ ਗੁਣਾ ਕੀਤਾ ਤੇ ਸਾਡੇ ਕੋਲੇ 12600 ਸੰਖਿਆ ਜਿਹੜੀ ਹੈ ਉਹ ਬਣ ਜਾਂਦੀ ਹੈ, ਠੀਕ ਹੈ ਵਿਦਿਆਰਥੀਓ। तो ਇਸ ਤੋਂ ਬਾਅਦ ਹੁਣ ਆਪਾਂ ਅਗਲੇ ਲੈਸਨ ਦੇ ਵਿੱਚ ਅਗਲੀ ਅਭਿਆਸ ਤੇ ਉਹਦੇ ਸਵਾਲਾਂ ਦੇ ਨਾਲ ਫਿਰ ਮਿਲਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ।